Good morning, dear students. Students, today we will start our new topic is Google Drive from chapter 6. Google Drive is a service offered by Google that allow us to store and share files online. ਕਿ ਗੂਗਲ ਡਰਾਈਵ ਕੀ ਆ ਜਿਹੜੀ ਗੂਗਲ ਦੇ ਦੁਆਰਾ ਇੱਕ ਸਾਨੂੰ ਸਰਵਿਸ ਪ੍ਰੋਵਾਈਡ ਕੀਤੀ ਗਈ ਆ ਯੂਜ਼ਰਸ ਨੂੰ ਜਿਹਦੇ 'ਤੇ ਕੀ ਆ ਅਸੀਂ ਆਪਣੀਆਂ ਜਿਹੜੀਆਂ ਫਾਈਲਸ ਨੇ ਉਹਨਾਂ ਨੂੰ ਔਨਲਾਈਨ ਸਟੋਰ ਵੀ ਕਰ ਸਕਦੇ ਹਾਂ ਅਤੇ ਨਾਲ ਦੀ ਨਾਲ ਆਪਣੇ ਜਿਹੜੇ ਫਰੈਂਡਸ ਨੇ ਜਾਂ ਕਲਾਇੰਟਸ ਨੇ ਉਹਨਾਂ ਨੂੰ ਸ਼ੇਅਰ ਵੀ ਕਰ ਸਕਦੇ ਹਾਂ। ਦੀ ਸਰਵਿਸ ਵਾਜ਼ ਲਾਂਚਡ ਔਨ April 24, 2012। ਇਹ ਜਿਹੜੀ ਸਰਵਿਸ ਆ ਗੂਗਲ ਦੁਆਰਾ ਗੂਗਲ ਡਰਾਈਵ ਜਿਹੜੀ ਆ ਉਹ 24 April ਨੂੰ ਲਾਂਚ ਕੀਤੀ ਗਈ ਸੀਗੀ ਐਂਡ ਪ੍ਰੋਵਾਈਡਸ 5 GB ਆਫ ਫ੍ਰੀ ਸਟੋਰੇਜ। ਤਾਂ ਇਹਦੇ 'ਤੇ ਸਾਨੂੰ ਜਿਹੜੀ 5 GB ਆ ਉਹ ਫ੍ਰੀ ਮਤਲਬ ਮਿਲਦੀ ਆ ਆਪਣੇ ਡਾਟਾ ਨੂੰ ਸਟੋਰ ਕਰਨ ਦੇ ਲਈ। ਐਡੀਸ਼ਨਲ ਸਟੋਰੇਜ ਕੈਨ ਬੀ ਪਰਚੇਸਡ ਫॉर ਆ ਮੰਥਲੀ ਫੀ ਕਿ ਅਗਰ ਅਸੀਂ ਮਤਲਬ ਆਪਣੀ 5 GB ਤੋਂ ਅਲੱਗ ਕਿ 5 GB ਤੋਂ ਉੱਪਰ ਜਿਹੜੀ ਕੋਈ ਐਡੀਸ਼ਨਲ ਲੈਣਾ ਚਾਹੁੰਦੇ ਹਾਂ ਜਾਂ 10 GB ਜਾਂ 15 GB ਜਿਹੜੀ ਸਟੋਰੇਜ ਆ ਅਗਰ ਅਸੀਂ ਉਹ ਮਤਲਬ ਪਰਚੇਸ ਕਰਨਾ ਚਾਹੁੰਦੇ ਹਾਂ ਦੈਨ ਅਸੀਂ ਮੰਥਲੀ ਫੀ ਪੇ ਕਰਕੇ ਮਤਲਬ ਉਹਨੂੰ ਪਰਚੇਸ ਕਰ ਸਕਦੇ ਹਾਂ। ਸੋ ਨੈਕਸਟ ਇਜ਼ ਬੈਨੀਫਿਟ ਆਫ ਗੂਗਲ ਡਰਾਈਵਸ। First is Google Drive lets us send large files to our colleagues, clients and friends directly from our Gmail account। ਕਿ ਗੂਗਲ ਡਰਾਈਵ ਕੀ ਆ ਕਿ ਜਿਹੜੀਆਂ ਸਾਡੀਆਂ ਲਾਰਜ ਫਾਈਲਸ ਨੇ ਉਹਨਾਂ ਨੂੰ ਡਾਇਰੈਕਟਲੀ ਸੈਂਡ ਕਰ ਸਕਦਾ ਵਾ ਜਿਹੜੇ ਸਾਡੇ ਕੋਲੀਗਸ ਨੇ ਜਾਂ ਕਲਾਇੰਟਸ ਨੇ ਜਾਂ ਫਰੈਂਡਸ ਨੇ ਕਿ ਅਗਰ ਸਾਡੇ ਕੋਲ ਜੀਮੇਲ ਦੇ ਵਿੱਚ ਆਪਣਾ ਅਕਾਊਂਟ ਹੈ ਉਹਦੇ ਤੋਂ ਡਾਇਰੈਕਟਲੀ ਜਿਹੜੇ ਮਤਲਬ ਆਪਣੇ ਫਰੈਂਡ ਸਰਕਲਸ ਦੇ ਵਿੱਚ ਅਸੀਂ ਆਪਣੀਆਂ ਲਾਰਜ ਫਾਈਲਸ ਨੂੰ ਸੈਂਡ ਕਰ ਸਕਦੇ ਹਾਂ। ਸੈਕਿੰਡ ਇਜ਼ ਗੂਗਲ ਡਰਾਈਵ ਅਲਾਓ ਅਸ ਟੂ ਐਕਸੈਸ ਆਰ ਫਾਈਲਸ ਰਿਮੋਟਲੀ ਕਿ ਗੂਗਲ ਡਰਾਈਵ ਦੇ ਥਰੂ ਅਸੀਂ ਆਪਣੀਆਂ ਜਿਹੜੀਆਂ ਮਤਲਬ ਫਾਈਲਸ ਆ ਉਹ ਕਿਤੇ ਵੀ ਬੈਠੇ ਐਕਸੈਸ ਕਰ ਸਕਦੇ ਹਾਂ ਕਿ ਵਿਦ ਡਰਾਈਵ ਆਲ ਆਰ ਫਾਈਲਸ ਬਿਕਮ ਅਵੇਲੇਬਲ ਔਨ ਦਾ ਵੈਬ ਕਿ ਸਾਡੀਆਂ ਜਿਹੜੀਆਂ ਸਾਰੀਆਂ ਫਾਈਲਸ ਆ ਉਹ ਇੰਟਰਨੈਟ 'ਤੇ ਅਵੇਲੇਬਲ ਆ ਅਤੇ ਅਸੀਂ ਜਦੋਂ ਵੀ ਮਤਲਬ ਸਾਨੂੰ ਆਪਣੀਆਂ ਫਾਈਲਸ ਦੀ ਜ਼ਰੂਰਤ ਆ ਤਾਂ ਅਸੀਂ ਆਪਣੀਆਂ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਫਾਈਂਡ ਕਰ ਸਕਦੇ ਹਾਂ ਯੂਜ਼ ਕਰ ਸਕਦੇ ਹਾਂ। ਦੈਨ ਥਰਡ ਇਜ਼ ਗੂਗਲ ਡਰਾਈਵ ਹੈਜ਼ ਇਟ ਔਨ ਮੋਬਾਈਲ ਐਪਲੀਕੇਸ਼ਨ ਵਿਚ ਗਿਵ ਅਸ ਐਕਸੈਸ ਟੂ ਆਰ ਫਾਈਲਸ ਔਨ ਆਰ ਆਈਫੋਨ ਔਰ ਸਮਾਰਟਫੋਨ ਨੋ ਮੈਟਰ ਵੇਅਰ ਵੀ ਆਰ ਕਿ ਗੂਗਲ ਡਰਾਈਵ ਦੇ ਕੋਲ ਕੀ ਆ ਕਿ ਨਾਲ ਦੀ ਨਾਲ ਇਹਦੇ ਕੋਲ ਮੋਬਾਈਲ ਐਪਲੀਕੇਸ਼ਨਸ ਨੇ ਜਿਨ੍ਹਾਂ ਦੇ ਥਰੂ ਅਸੀਂ ਆਪਣੀਆਂ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਚਾਹੇ ਅਸੀਂ ਆਈਫੋਨ ਹੈ ਚਾਹੇ ਸਮਾਰਟਫੋਨ ਆ ਮਤਲਬ ਜਿਹੜਾ ਮਰਜ਼ੀ ਸਾਡੇ ਕੋਲ ਐਂਡਰਾਇਡ ਫੋਨ ਆ ਅਸੀਂ ਉਹਨਾਂ 'ਤੇ ਆਪਣੀਆਂ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਓਪਨ ਕਰ ਸਕਦੇ ਹਾਂ। ਨੈਕਸਟ ਇਜ਼ ਗੂਗਲ ਡਰਾਈਵ ਹੈਜ਼ ਐਨ ਐਫੀਸ਼ੀਐਂਟ ਬਿਲਟ ਇਨ ਸਰਚ ਇੰਜਨ ਵਿਚ ਅਲਾਓ ਅਸ ਟੂ ਫਾਈਂਡ ਕੰਟੈਂਟ ਈਜ਼ਲੀ ਵਿਦ ਦਾ ਕੀਬੋਰਡ ਸਰਚ ਕਿ ਗੂਗਲ ਡਰਾਈਵ ਦੇ ਕੋਲ ਕੀ ਹੈ ਇੱਕ ਐਫੀਸ਼ੈਂਟਲੀ ਸਰਚ ਇੰਜਨ ਆ ਜਿਹਦੇ ਨਾਲ ਕੀ ਆ ਕਿ ਯੂਜ਼ਰਸ ਜਿਹੜੇ ਆ ਕੀਵਰਡਸ ਨੂੰ ਯੂਜ਼ ਕਰਕੇ ਮਤਲਬ ਜੋ ਵੀ ਕੰਟੈਂਟ ਸਾਡੇ ਰਾਈਟ ਕੀਤੇ ਆ ਉਹਨਾਂ ਦੇ ਥਰੂ ਜਿਹੜੀ ਆਪਣੀ ਫਾਈਲ ਆ ਉਹਨੂੰ ਈਜ਼ਲੀ ਫਾਈਂਡ ਆਊਟ ਕਰ ਸਕਦੇ ਆ ਕਿ ਵੀ ਕੈਨ ਆਲਸੋ ਲੁੱਕ ਫॉर ਫਾਈਲਸ ਬਾਏ ਓਨਰ ਔਰ ਬਾਏ ਫਾਈਲ ਟਾਈਪ ਕਿ ਜਦੋਂ ਵੀ ਮਤਲਬ ਅਸੀਂ ਆਪਣੀਆਂ ਫਾਈਲਸ ਨੂੰ ਦੇਖਣਾ ਵਾ ਤਾਂ ਅਸੀਂ ਚਾਹੇ ਮਤਲਬ ਜੋ ਵੀ ਸਾਡਾ ਜਿਹੜਾ ਓਨਰ ਹੈ ਫਾਈਲ ਦਾ ਜਾਂ ਸਾਡੀ ਫਾਈਲ ਦੀ ਟਾਈਪ ਆ ਉਹਦੇ ਥਰੂ ਅਸੀਂ ਆਪਣੀ ਫਾਈਲ ਨੂੰ ਲੱਭ ਸਕਦੇ ਹਾਂ। ਨੈਕਸਟ ਇਜ਼ ਇੰਟਰਨੈਟ ਇਨ ਮੀਡੀਆ। TV, radio and the internet used to be completely separate things, but that is no longer true with today's technology. We can now watch TV shows on our computer and we can connect to the internet on many TVs and DVDs and Blu-ray players। ਕੀ ਹੈ ਕਿ ਇੰਟਰਨੈਟ ਜਿਹੜਾ ਵਾ ਮਤਲਬ ਉਹਨੂੰ ਅਸੀਂ ਮੀਡੀਆ 'ਚ ਯੂਜ਼ ਕਰ ਰਹੇ ਹਾਂ ਕਿ ਜਿਵੇਂ ਸਭ ਤੋਂ ਪਹਿਲਾਂ ਲੋਕ ਸੀਗੇ ਵੀ ਆਪਾਂ ਕੋਈ ਵੀ ਪ੍ਰੋਗਰਾਮ ਨੂੰ ਸੁਣਦੇ ਸੀ ਜਾਂ ਦੇਖਦੇ ਸੀ ਤਾਂ ਉਹਦੇ ਵਾਸਤੇ TV ਜਾਂ ਰੇਡੀਓ ਜਿਹੜਾ ਯੂਜ਼ ਕੀਤਾ ਜਾਂਦਾ ਸੀ। ਬਟ ਹੁਣ ਅੱਜ ਦੇ ਟਾਈਮ ਦੇ ਵਿੱਚ ਕੀ ਆ ਕਿ ਜੋ ਵੀ ਸਾਡੇ ਕੋਲ ਔਨਲਾਈਨ ਸ਼ੋਜ਼ ਚੱਲ ਰਹੇ ਆ ਕੁਛ ਵੀ ਸਾਡੇ ਕੋਲ ਔਨਲਾਈਨ ਚੱਲ ਰਿਹਾ ਤਾਂ ਉਹਨੂੰ ਅਸੀਂ ਆਪਣੇ TVs ਦੇ ਨਾਲ ਜਾਂ DVDs ਦੇ ਨਾਲ ਮਤਲਬ ਕਨੈਕਟ ਕਰਕੇ ਤਾਂ ਉਹਨੂੰ ਡਾਇਰੈਕਟਲੀ ਅਸੀਂ ਵਾਚ ਕਰ ਸਕਦੇ ਹਾਂ ਕਿ ਵੀ ਕੈਨ ਨਾਓ ਵਾਚ TV ਸ਼ੋਜ਼ ਔਨ ਆਰ ਕੰਪਿਊਟਰ ਐਂਡ ਵੀ ਕੈਨ ਕਨੈਕਟ ਟੂ ਦੀ ਇੰਟਰਨੈਟ ਔਨ ਮੈਨੀ TVs ਐਂਡ DVDs ਕਿ ਮਤਲਬ ਬਹੁਤ ਸਾਰੇ ਜਿਹੜੀਆਂ ਹੁਣ ਨਵੀਆਂ LEDs ਜਾਂ LCDs ਆ ਰਹੇ ਆ ਕਿ ਉਹਨਾਂ ਦੇ ਵਿੱਚ ਇਹ ਫੀਚਰ ਆਉਂਦੀ ਆ ਕਿ ਅਸੀਂ ਉਹਨੂੰ ਆਪਣਾ ਮਤਲਬ ਜਿਹੜਾ ਔਨਲਾਈਨ ਕਨੈਕਟ ਕਰ ਸਕਦੇ ਹਾਂ। ਇਨ ਐਡੀਸ਼ਨ ਰੇਡੀਓ ਸਟੇਸ਼ਨਸ ਫਰੋਮ ਅਰਾਊਂਡ ਦਾ ਵਰਲਡ ਅਲਾਓ ਅਸ ਟੂ ਲਿਸਨ ਔਨਲਾਈਨ ਐਂਡ ਮੈਨੀ ਔਨਲਾਈਨ ਰੇਡੀਓ ਸਟੇਸ਼ਨਸ ਨਾਓ ਐਗਜ਼ਿਸਟ ਕਿ ਨਾਲ ਦੀ ਨਾਲ ਕਿ ਇਹ ਨਹੀਂ ਹੈਗਾ ਗਾ ਕਿ ਇਕੱਲੇ ਅਸੀਂ ਮਤਲਬ ਜੋ TV ਸ਼ੋਜ਼ ਹੀ ਚੱਲ ਰਹੇ ਆ ਕਿ ਜਸਟ ਉਹਨਾਂ ਨੂੰ ਸੁਣ ਸਕਦੇ ਹਾਂ ਦੇਖ ਸਕਦੇ ਹਾਂ। ਇਸ ਤੋਂ ਬਿਨਾਂ ਵੀ ਮਤਲਬ ਜਿਹੜੇ ਰੇਡੀਓ ਸਟੇਸ਼ਨਸ ਵੀ ਆ ਉਹ ਵੀ ਹੁਣ ਕੀ ਆ ਸਾਨੂੰ ਬਹੁਤ ਸਾਰੇ ਜਿਹੜੇ ਚੈਨਲਸ ਆ ਸਾਨੂੰ ਔਨਲਾਈਨ ਜਿਹੜੇ ਮਤਲਬ ਆ ਉਹ ਜਿਹਨਾਂ ਨੂੰ ਅਸੀਂ ਸੁਣ ਸਕਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਰੇਡੀਓ ਸਟੇਸ਼ਨਸ ਆ ਉਹ ਸਾਨੂੰ ਔਨਲਾਈਨ ਐਗਜ਼ਿਸਟ ਵੀ ਹੈ। ਦੈਨ ਇਜ਼ ਔਨਲਾਈਨ ਨਿਊਜ਼ਪੇਪਰ।
Online newspaper is the online version of a newspaper either as a stand-alone publication or as the online version of the printed periodical। ਕਿ ਔਨਲਾਈਨ ਨਿਊਜ਼ਪੇਪਰ ਮਤਲਬ ਅਸੀਂ ਹੁਣ ਅੱਗੇ ਅਖਬਾਰ ਜਿਹੜੀ ਉਹ ਸਭ ਲੋਕਾਂ ਦੇ ਘਰ ਦੇ ਮਤਲਬ ਪ੍ਰਿੰਟ ਹੋ ਕੇ ਆਉਂਦੀ ਸੀ ਤਾਂ ਸਾਰੇ ਉਦੋਂ ਜਿਹੜੀਆਂ ਨਿਊਜ਼ ਸੀ ਉਹਨਾਂ ਨੂੰ ਰੀਡ ਕਰਦੇ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਕੀ ਆ ਕਿ ਸਾਡੀ ਜਿਹੜੀ ਔਨਲਾਈਨ ਜਿਹੜੀ ਨਿਊਜ਼ਪੇਪਰ ਆ ਉਹ ਵੀ ਸਾਡਾ ਔਨਲਾਈਨ ਆ ਕਿ ਮਤਲਬ ਇਹਨਾਂ ਦੇ ਵਿੱਚੋਂ ਕਿ ਕੁਛ ਕੁ ਨਿਊਜ਼ ਪੇਪਰ ਜਿਹੜੇ ਔਨਲਾਈਨ ਆ ਕਿ ਉਹ ਡੇਲੀ ਜਿਵੇਂ ਪਬਲੀਕੇਟ ਹੁੰਦੇ ਆ ਜਾਂ ਕੁਛ ਵੀਕ ਦੇ ਵਿੱਚ ਹੁੰਦੇ ਆ। ਸੋ ਗੋਇੰਗ ਔਨਲਾਈਨ ਕ੍ਰੀਏਟਡ ਮੋਰ ਓਪਰਚੁਨਿਟੀਜ਼ ਫॉर ਨਿਊਜ਼ਪੇਪਰਸ such as competing with broadcast journalisms in the presenting breaking news in a more timely manner। ਕਿ ਔਨਲਾਈਨ ਹੋਣ ਦੇ ਨਾਲ ਕੀ ਆ ਕਿ ਜਿਹੜਾ ਮਤਲਬ ਕੰਪੀਟੀਸ਼ਨਸ ਆ ਜਰਨਲਿਜ਼ਮਸ ਦੇ ਵਿੱਚ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ ਕਿ ਕੋਈ ਵੀ ਜਿਹੜੀ ਫੇਮਸ ਨਿਊਜ਼ ਆ ਮਤਲਬ ਉਹਨੂੰ ਜ਼ਿਆਦਾ ਟਾਈਮ ਉਹਨਾਂ ਨੇ ਚਲਾਉਣਾ ਵਾ ਵੀ ਬ੍ਰੇਕਿੰਗ ਜਿਹੜੀਆਂ ਨਿਊਜ਼ ਆ ਉਹਨਾਂ ਨੂੰ ਦਿਖਾਉਣਾ ਵਾ ਤਾਂ ਔਨਲਾਈਨ ਦੇ ਨਾਲ ਜਿਹੜਾ ਮਤਲਬ ਕੰਪੀਟੀਸ਼ਨ ਆ ਉਹ ਵੀ ਵੱਧ ਗਿਆ ਵਾ। Our next topic is online TV channels, radio, live programs, streaming media। So TV and radio on the internet are examples of streaming media। ਕਿ TV ਜਾਂ ਰੇਡੀਓ ਨੂੰ ਜਦੋਂ ਅਸੀਂ ਇੰਟਰਨੈਟ 'ਤੇ ਯੂਜ਼ ਕਰਦੇ ਹਾਂ ਦੈਟ ਇਜ਼ ਕਾਲਡ ਸਟਰੀਮਿੰਗ ਮੀਡੀਆ ਵਿਚ ਮੀਨਸ ਦਾ ਮੀਡੀਆ ਡਾਊਨਲੋਡਸ ਵਾਈਲ ਇਟ ਇਜ਼ ਪਲੇਇੰਗ। ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਕੋਈ ਮੂਵੀ ਹੈ ਜਾਂ ਕੋਈ ਸੌਂਗ ਆ ਮਤਲਬ ਜਦੋਂ ਅਸੀਂ ਉਹਨੂੰ ਪਲੇਅ ਕਰ ਰਹੇ ਹਾਂ ਤਾਂ ਪਲੇਅ ਕਰਦਿਆਂ ਨਾਲ ਹੀ ਉਹ ਕੀ ਹੋ ਰਿਹਾ ਵਾ ਡਾਊਨਲੋਡ ਹੋ ਰਿਹਾ। ਸੋ ਵੀ ਡੂ ਨਾਟ ਹੈਵ ਟੂ ਵੇਟ ਫॉर ਇਟ ਟੂ ਡਾਊਨਲੋਡ ਫਸਟ। ਕਿ ਜਦੋਂ ਮਤਲਬ ਨਾਲ ਦੀ ਨਾਲ ਪਲੇਅ ਹੋਈ ਜਾ ਰਿਹਾ ਔਰ ਨਾਲ ਦੀ ਨਾਲ ਡਾਊਨਲੋਡ ਹੋ ਰਿਹਾ ਤਾਂ ਸਾਨੂੰ ਇਹ ਪਹਿਲਾਂ ਵੇਟ ਨਹੀਂ ਕਰਨੀ ਪੈਂਦੀ ਹੈਗੀ ਕਿ ਇਹਨੂੰ ਪਹਿਲਾਂ ਕੰਪਲੀਟਲੀ ਅਸੀਂ ਡਾਊਨਲੋਡ ਕਰੀਏ ਤਾਂ ਫਿਰ ਅਸੀਂ ਇਹਨੂੰ ਦੇਖੀਏ। ਅਵਰ ਸਮਾਰਟਫੋਨ ਔਰ ਕੰਪਿਊਟਰਸ ਵੀ ਜਿਹੜਾ ਵੀ ਚਾਹੇ ਅਸੀਂ ਆਪਣੇ ਕੰਪਿਊਟਰਸ 'ਤੇ ਮਤਲਬ ਉਹਨੂੰ ਫਾਈਲਸ ਨੂੰ ਡਾਊਨਲੋਡ ਕਰ ਰਹੇ ਹਾਂ ਜਾਂ ਸਮਾਰਟਫੋਨਸ 'ਤੇ। ਔਨਲਾਈਨ ਰੇਡੀਓ ਇਜ਼ ਦਾ ਡਿਸਟਰੀਬਿਊਸ਼ਨ ਆਫ ਆਡੀਓ ਬ੍ਰੋਡਕਾਸਟ ਓਵਰ ਦਾ ਇੰਟਰਨੈਟ। ਸੋ ਦੇਰ ਆਰ ਥਾਊਜ਼ੈਂਡ ਆਫ ਇੰਟਰਨੈਟ ਰੇਡੀਓ ਸਟੇਸ਼ਨਸ ਦੈਟ ਕੈਨ ਬੀ streamed to a software media player in a computer, mobile device, stand-alone internet radio, media hub and media server। ਕਿ ਔਨਲਾਈਨ ਰੇਡੀਓ ਕੀ ਆ ਇੱਕ ਆਡੀਓ ਬ੍ਰੋਡਕਾਸਟ ਆ ਮਤਲਬ ਜਿਹੜਾ ਇੰਟਰਨੈਟ 'ਤੇ ਸਾਨੂੰ ਸ਼ੋਅ ਹੋ ਰਿਹਾ ਕਿ ਇੰਟਰਨੈਟ ਤੋਂ ਥਰੂ ਅਸੀਂ ਉਹਨੂੰ ਯੂਜ਼ ਕਰਦੇ ਹਾਂ ਜਿਹਦੇ ਵਿੱਚ ਕੀ ਆ ਬਹੁਤ ਸਾਰੇ ਜਿਹੜੇ ਥਾਊਜ਼ੈਂਡ ਆਫ ਇੰਟਰਨੈਟ ਰੇਡੀਓ ਸਟੇਸ਼ਨਸ ਨੇ ਜਿਹੜੇ ਇਹਨਾਂ ਮੀਡੀਆ ਪਲੇਅਰਸ ਨੂੰ ਚਲਾਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਯੂਜ਼ ਕਰਨ ਦੇ ਲਈ ਚਾਹੇ ਕੋਈ ਮੋਬਾਈਲ ਡਿਵਾਈਸ ਜਿਹੜੀ ਆ ਮਤਲਬ ਉਹ ਯੂਜ਼ ਕਰੀਏ ਜਾਂ ਇੰਟਰਨੈਟ ਰੇਡੀਓ ਜਿਹੜਾ ਵਾ ਜਾਂ ਕੋਈ ਹੱਬ ਵਗੈਰਾ ਮਤਲਬ ਕੋਈ ਵੀ ਸਿਸਟਮ ਅਸੀਂ ਯੂਜ਼ ਕਰਕੇ ਉਹਨਾਂ ਨੂੰ ਐਗਜ਼ੀਕਿਊਟ ਕਰ ਸਕਦੇ ਹਾਂ। often called webcast, they come from several organizations as well as traditional AM and FM radio stations। If an internet radio has built-in wireless connectivity, it may be called a Wi-Fi radio। ਕਿ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਜਿਹੜਾ ਅਸੀਂ ਔਨਲਾਈਨ ਮਤਲਬ ਜਿਹੜੀ ਇੰਟਰਨੈਟ 'ਤੇ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਨੂੰ ਵੈਬਕਾਸਟ ਬੋਲਦੇ ਹਾਂ ਜਿਹਦੇ ਵਿੱਚ ਮਤਲਬ AM FM ਜਿਹੜੇ ਰੇਡੀਓ ਸਟੇਸ਼ਨਸ ਨੇ ਉਹ ਚੱਲ ਰਹੇ ਆ। ਕਹਿੰਦੇ ਕਿ ਇਫ ਐਨ ਇੰਟਰਨੈਟ ਰੇਡੀਓ ਹੈਜ਼ ਬਿਲਟ ਇਨ ਵਾਇਰਲੈਸ ਕਨੈਕਟੀਵਿਟੀ ਕਿ ਜੇ ਜਿਹੜਾ ਇੰਟਰਨੈਟ ਆ ਮਤਲਬ ਉਹ ਵਾਇਰਲੈਸ ਕਨੈਕਟੀਵਿਟੀ ਦੇ ਵਿੱਚ ਆ ਜਾਂਦਾ ਵਾ ਇੰਟਰਨੈਟ ਰੇਡੀਓ ਦੈਨ ਇਟ ਮੇ ਬੀ ਕਾਲਡ ਆ ਵਾਈਫਾਈ ਰੇਡੀਓ ਤਾਂ ਫਿਰ ਇਹਨੂੰ ਵਾਈਫਾਈ ਜਿਹੜਾ ਮਤਲਬ ਨਾਮ ਆ ਉਹ ਵੀ ਦਿੱਤਾ ਜਾ ਸਕਦਾ। So the number of online TV services is growing day by the day and every time we wake up there seems to be dozens more ways to enjoy our favorite programs। For examples, we can listen live Kirtan from Harmandir Sahib, Amritsar, Punjab on our smartphone or a computer। ਕਿ ਜੋ ਵੀ ਮਤਲਬ ਲਾਈਵ ਪ੍ਰੋਗਰਾਮਸ ਚੱਲ ਰਹੇ ਆ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਦੀ ਜਿਹੜਾ ਜੋ ਲਾਈਵ ਪ੍ਰੋਗਰਾਮਸ ਚੱਲ ਰਹੇ ਨੇ ਤਾਂ ਉਹ ਡੇ ਬਾਈ ਡੇ ਉਹਨਾਂ ਦੀ ਗਰੋਇੰਗ ਜਿਹੜੀ ਆ ਉਹ ਇਨਕਰੀਜ਼ ਹੋ ਰਹੀ ਹੈ। ਜਿਵੇਂ ਕਿ ਹੁਣ ਅਸੀਂ ਸਭ ਜਾਣਦੇ ਹਾਂ ਕਿ ਅਸੀਂ ਲਾਈਵ ਜਿਹੜਾ ਕੀਰਤਨ ਆ ਮਤਲਬ ਸਾਡੇ ਸਭ ਦੇ ਘਰ ਵੀ ਅਗਰ ਅਸੀਂ ਜਿਹੜੀ ਸਰਵਿਸ ਯੂਜ਼ ਕਰ ਰਹੇ ਹਾਂ ਡਿਸ਼ ਵਗੈਰਾ ਤੋਂ ਜਾਂ ਕਿਸੇ ਵੀ ਥਰੂ ਦੇ ਮਤਲਬ ਜਾਂ ਔਨਲਾਈਨ ਆਪਣੇ ਮੋਬਾਈਲਸ 'ਤੇ ਜਾਂ ਕੰਪਿਊਟਰਸ 'ਤੇ ਮਤਲਬ ਅਸੀਂ ਜਿਹੜਾ ਔਨਲਾਈਨ ਲਾਈਵ ਕੀਰਤਨ ਚੱਲ ਰਿਹਾ ਉਹਨੂੰ ਸੁਣ ਸਕਦੇ ਹਾਂ ਜਾਂ ਦੇਖ ਸਕਦੇ ਹਾਂ। ਸੋ ਇਸੇ ਤਰ੍ਹਾਂ ਹੁਣ ਬਹੁਤ ਸਾਰੀਆਂ ਜਿਹੜੀਆਂ ਮੈਰਿਜ ਆ ਵੈਡਿੰਗਸ ਹੁੰਦੀਆਂ ਵਾ ਉਹਨਾਂ ਦਾ ਵੀ ਜਿਹੜਾ ਔਨਲਾਈਨ ਲਿੰਕ ਆ ਮਤਲਬ ਉਹ ਬਣਾਇਆ ਜਾਂਦਾ ਵਾ ਅਤੇ ਜਿਹਦੇ ਨਾਲ ਅਸੀਂ ਆਪਣਾ ਮਤਲਬ ਘਰ ਬੈਠੇ ਹੀ ਕਿਸੇ ਨਾ ਕਿਸੇ ਫੰਕਸ਼ਨ ਨੂੰ ਅਟੈਂਡ ਕਰ ਸਕਦੇ ਹਾਂ। ਨੈਕਸਟ ਇਜ਼ ਕਲਾਊਡ ਨੈਟਵਰਕਿੰਗ। ਵਟ ਇਜ਼ ਕਲਾਊਡ? ਦਾ ਟਰਮ ਕਲਾਊਡ ਰੈਫਰਸ ਟੂ ਆ ਨੈਟਵਰਕ ਔਰ ਇੰਟਰਨੈਟ। ਕਿ ਕਲਾਊਡ ਕਿਸ ਟਰਮ ਨੂੰ ਰੈਫਰ ਕਰਦਾ ਵਾ ਕਿ ਜਿਹਦੇ ਵਿੱਚ ਅਸੀਂ ਨੈਟਵਰਕਿੰਗ ਕਰਦੇ ਹਾਂ ਜਾਂ ਇੰਟਰਨੈਟ। ਇਨ ਅਦਰ ਵਰਡਸ ਵੀ ਕੈਨ ਸੇ ਦੈਟ ਕਲਾਊਡ ਇਜ਼ ਸਮਥਿੰਗ ਵਿਚ ਇਜ਼ ਪ੍ਰੈਜ਼ੈਂਟ ਐਟ ਰਿਮੋਟ ਲੋਕੇਸ਼ਨ। Cloud can provide services over public and private networks that is WAN, LAN or VPN।
ਕਿ ਅਸੀਂ ਕਹਿ ਸਕਦੇ ਹਾਂ ਕਿ ਕਲਾਊਡ ਨੈਟਵਰਕਿੰਗ ਦੇ ਵਿੱਚ ਕਿ ਜਿਹੜੀ ਮਤਲਬ ਸਾਨੂੰ ਲੋਕੇਸ਼ਨ ਆ ਉਹ ਕਿਸੇ ਹੋਰ ਦੂਰ ਕਿਸੇ ਥਾਂ 'ਤੇ ਵੀ ਜਿਹੜੀ ਮੌਜੂਦ ਹੁੰਦੀ ਆ ਤਾਂ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਕਲਾਊਡ ਕਿਹੜੀਆਂ ਚੀਜ਼ਾਂ ਨੂੰ ਮਤਲਬ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰ ਸਕਦਾ, ਮਤਲਬ ਕਿ ਜਿਵੇਂ ਅਸੀਂ ਨੈਟਵਰਕਿੰਗ ਪੜ੍ਹੀ ਹੋਈ ਆ, ਵੈਨ ਆ, ਲੈਨ ਆ ਜਾਂ VPN ਆ, ਤਾਂ ਮਤਲਬ ਇਹਨਾਂ ਦੇ ਵਿੱਚ ਜਿਹੜਾ ਕਲਾਊਡ ਨੈਟਵਰਕਿੰਗ ਆ ਜਿਹੜੀ ਉਹਨੂੰ ਕਲਾਊਡ ਨੂੰ ਯੂਜ਼ ਕੀਤਾ ਜਾਂਦਾ ਵਾ। ਐਪਲੀਕੇਸ਼ਨ ਸੱਚ ਐਜ਼ ਈਮੇਲ, ਵੈਬ ਕਾਨਫਰੰਸਿੰਗ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਐਗਜ਼ੀਕਿਊਟ ਔਨ ਕਲਾਊਡ, ਕਿ ਕੋਈ ਵੀ ਅਸੀਂ ਜਿਹੜੀਆਂ ਸਰਵਿਸਿਜ਼ ਆਪਣੀਆਂ ਈਮੇਲ ਆ ਜਾਂ ਵੈਬ ਕਾਨਫਰੰਸਿੰਗ ਕਰਦੇ ਹਾਂ ਤਾਂ ਉਹਨਾਂ ਸਾਰੀਆਂ ਨੂੰ ਕਾਹਦੇ ਥਰੂ ਕੀਤਾ ਜਾਂਦਾ, ਕਲਾਊਡ ਨੈਟਵਰਕਿੰਗ ਦੇ ਥਰੂ, ਕਲਾਊਡ ਦੇ ਥਰੂ। Cloud networking refers to manipulating, configuring and accessing the hardware and software resource remotely। ਕਿ ਕਲਾਊਡ ਨੈਟਵਰਕਿੰਗ ਦੇ ਥਰੂ ਅਸੀਂ ਆਪਣੇ ਜਿਹੜੇ ਮਤਲਬ ਰਿਸੋਰਸਿਸ ਨੇ ਜਾਂ ਉਹਨਾਂ ਨੂੰ ਮਤਲਬ ਮੈਨੀਪੂਲੇਟ ਕੀਤਾ ਜਾ ਸਕਦਾ ਜਾਂ ਐਕਸੈਸ ਕੀਤਾ ਜਾ ਸਕਦਾ ਕੋਈ ਵੀ ਜਿਹੜੇ ਹਾਰਡਵੇਅਰਸ ਨੇ ਜਾਂ ਸੋਫਟਵੇਅਰਸ ਨੇ। ਇਟ ਆਫਰਸ ਔਨਲਾਈਨ ਡੇਟਾ ਸਟੋਰੇਜ, ਇਨਫਰਾਸਟਰਕਚਰ ਐਂਡ ਐਪਲੀਕੇਸ਼ਨ, ਕਿ ਇਹ ਸਾਨੂੰ ਕਿਸ ਚੀਜ਼ ਨੂੰ ਮਤਲਬ ਆਫਰ ਪ੍ਰੋਵਾਈਡ ਕਰਦਾ ਵਾ ਕਿ ਜਿਹੜਾ ਔਨਲਾਈਨ ਡਾਟਾ ਜਿਹੜਾ ਉਹਨੂੰ ਸਟੋਰ ਕੀਤਾ ਜਾ ਸਕਦਾ ਜਾਂ ਜਿਹੜੀਆਂ ਸਾਡੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ। ਕਲਾਊਡ ਨੈਟਵਰਕ ਆਫਰਸ ਪਲੈਟਫਾਰਮ ਇੰਡੀਪੈਂਡੈਂਸੀ, ਸੋ ਦਾ ਸੋਫਟਵੇਅਰ ਇਜ਼ ਨਾਟ ਰਿਕੁਆਇਰਡ ਟੂ ਬੀ ਇੰਸਟਾਲਡ ਲੋਕਲੀ ਔਨ ਦਾ PC। ਕਿ ਕਲਾਊਡ ਨੈਟਵਰਕਿੰਗ ਦੇ ਨਾਲ ਕੀ ਆ ਜਿਹੜਾ ਮਤਲਬ ਇੰਡੀਪੈਂਡੈਂਸ ਲਈ ਜਿਹੜੇ ਸੋਫਟਵੇਅਰ ਆ ਉਹ ਐਗਜ਼ੀਕਿਊਟ ਹੋ ਸਕਦੇ ਆ, ਕਿ ਜਿਹਦੇ 'ਤੇ ਸਾਨੂੰ ਕਿ ਸੋਫਟਵੇਅਰ ਇਜ਼ ਨਾਟ ਰਿਕੁਆਇਰਡ ਟੂ ਬੀ ਇੰਸਟਾਲਡ, ਕਿ ਸੋਫਟਵੇਅਰਸ ਨੂੰ ਇੰਸਟਾਲਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਨ ਕਲਾਊਡ ਨੈਟਵਰਕਿੰਗ ਇਟ ਇਜ਼ ਸਿੰਪਲ ਟੂ ਐਡ ਮੋਰ ਸਟੱਫ। Cloud networking provides the ability to scale up and down when additional users are added and when the application's requirement change। ਕਿ ਕਲਾਊਡ ਨੈਟਵਰਕਿੰਗ ਦੇ ਵਿੱਚ ਕੀ ਆ ਕਿ ਜਿਹੜਾ ਕੋਈ ਵੀ ਅਸੀਂ ਆਪਣੀਆਂ ਮਤਲਬ ਜਿਹੜੀਆਂ ਚੇਂਜਿਸ ਹੁੰਦੀਆਂ ਵਾ ਕਿ ਕੋਈ ਨਿਊ ਫੰਕਸ਼ਨ ਐਡ ਕਰਨਾ ਜਾਂ ਕੋਈ ਐਪਲੀਕੇਸ਼ਨਸ ਜਿਹੜੀਆਂ ਜਿਵੇਂ ਜਿਵੇਂ ਯੂਜ਼ਰਸ ਦੀਆਂ ਰਿਕੁਆਇਰਮੈਂਟ ਆ ਉਹਨਾਂ ਨੂੰ ਅਪ ਐਂਡ ਡਾਊਨ ਮਤਲਬ ਕਰ ਸਕਦੇ ਆ, ਵੀ ਜੇ ਵੱਧ ਜ਼ਰੂਰਤ ਆ ਤਾਂ ਵੱਧ ਵੀ ਐਪਲੀਕੇਸ਼ਨਸ ਨੂੰ ਯੂਜ਼ ਕੀਤਾ ਜਾ ਸਕਦਾ, ਅਗਰ ਘੱਟ ਆ ਤਾਂ ਘੱਟ ਐਪਲੀਕੇਸ਼ਨਸ ਨੂੰ ਵੀ ਯੂਜ਼ ਕੀਤਾ ਜਾ ਸਕਦਾ। ਸੋ ਨੈਕਸਟ ਟੋਪਿਕ ਇਜ਼ ਯੂਨੀਕ IP ਐਡਰੈਸ। Every machine on the internet has a unique number assigned to it called an IP address। ਕਿ ਹਰੇਕ ਜਿਹੜੀ ਮਸ਼ੀਨ ਹੈ ਕੋਈ ਵੀ ਸਿਸਟਮ ਆ ਜਦੋਂ ਇੰਟਰਨੈਟ ਦੇ ਨਾਲ ਕਨੈਕਟਡ ਆ, ਇੰਟਰਨੈਟ 'ਤੇ ਆ, ਦੈਨ ਉਹਨੂੰ ਇੱਕ ਨੰਬਰ ਅਸਾਈਨ ਕੀਤਾ ਜਾਂਦਾ, ਯੂਨੀਕ ਨੰਬਰ ਜਿਹੜਾ ਹਰੇਕ ਦਾ ਡਿਫਰੈਂਟ ਹੁੰਦਾ, ਉਹਨੂੰ ਕੀ ਬੋਲਿਆ ਜਾਂਦਾ, IP ਐਡਰੈਸ। ਜਿਵੇਂ ਆਪਾਂ ਇਗਜ਼ਾਮਪਲ ਲਈਏ ਕਿ ਸਾਡੇ ਕੋਲ ਇੱਕ ਕਲਾਸ ਦੇ ਵਿੱਚ 30 ਸਟੂਡੈਂਟਸ ਨੇ, ਤਾਂ ਐਵਰੀ ਸਟੂਡੈਂਟ ਨੂੰ ਮਤਲਬ ਜਿਹੜਾ ਰੋਲ ਨੰਬਰ ਆ ਉਹ ਅਸਾਈਨ ਕੀਤਾ ਜਾਂਦਾ। ਸੋ ਜਿਹੜਾ ਉਹਦੀ ਆਈਡੈਂਟੀਫਿਕੇਸ਼ਨ ਆ, ਸੋ ਕਿਸੇ ਵੀ ਬੱਚੇ ਦਾ ਜਿਹੜਾ ਰੋਲ ਨੰਬਰ ਆ ਇੱਕ ਕਲਾਸ ਦੇ ਵਿੱਚ ਉਹ ਸੇਮ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿੰਨੇ ਵੀ ਮਤਲਬ ਸਾਡੀਆਂ ਮਸ਼ੀਨਸ ਨੇ, ਕੰਪਿਊਟਰ ਸਿਸਟਮ ਨੇ, ਜੋ ਵੀ ਜਿਹੜਾ ਸਿਸਟਮ ਆ ਅਗਰ ਉਹ ਇੰਟਰਨੈਟ 'ਤੇ ਕਨੈਕਟਡ ਆ ਤਾਂ ਉਹਨੂੰ ਇੱਕ ਨੰਬਰ ਅਸਾਈਨ ਕੀਤਾ ਜਾਂਦਾ, ਦੈਟ ਇਜ਼ ਕਾਲਡ IP ਐਡਰੈਸ। Without a unique IP addresses on our machine, we will not be able to communicate with other devices, users or computers on the internet। ਕਿ ਬਿਨਾਂ IP ਐਡਰੈਸ ਤੋਂ ਅਸੀਂ ਜਿਹੜੀ ਸਾਡੀ ਕੋਈ ਮਸ਼ੀਨ ਆ ਮਤਲਬ ਉਹ ਹੋਰ ਕਿਸੇ ਡਿਵਾਈਸਿਸ ਦੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੀ। ਵੀ ਕੈਨ ਲੁੱਕ ਐਟ ਆਰ IP ਐਡਰੈਸ ਐਜ਼ ਇਫ ਇਟ ਵਰ ਅ ਟੈਲੀਫੋਨ ਨੰਬਰ, ਈਚ ਵਨ ਬੀਂਗ ਯੂਨੀਕ ਐਂਡ ਯੂਜ਼ ਟੂ ਆਈਡੈਂਟੀਫਾਈ ਅ ਵੇ ਟੂ ਰੀਚ ਅਸ ਐਂਡ ਓਨਲੀ ਅਸ। ਕਿ ਜਿਹੜਾ ਸਾਡੇ ਕੋਲ IP ਐਡਰੈਸ ਅਸੀਂ ਦੇਖੀਏ ਕਿ ਜਿਵੇਂ ਇੱਕ ਸਾਡਾ ਟੈਲੀਫੋਨ ਨੰਬਰ ਹੁੰਦਾ, ਸੇਮ ਇਸੇ ਤਰ੍ਹਾਂ ਦੇ ਡਿਜਿਟਸ ਹੁੰਦੇ ਨੇ ਕਿ ਜਿਹੜੇ ਹਰੇਕ ਦੇ ਡਿਫਰੈਂਟ ਆ, ਤਾਂ ਮਤਲਬ ਹਰੇਕ ਮਸ਼ੀਨ ਦੀ ਉਹਦੇ ਤੋਂ ਆਈਡੈਂਟੀਫਿਕੇਸ਼ਨ ਆ ਤਾਂ ਉਸੇ ਨੰਬਰ ਦੇ ਥਰੂ ਹੀ ਹਰ ਕੋਈ ਆਪਣੇ ਨਾਲ ਕਨੈਕਟ ਕਰ ਸਕਦਾ। ਕਿ ਜਿਵੇਂ ਹੁਣ ਮੋਬਾਈਲ ਨੰਬਰ ਵੀ ਆ, ਮਤਲਬ ਹਰੇਕ ਦਾ ਡਿਫਰੈਂਟ ਆ, ਅਗਰ ਜਿਹਦਾ ਸਾਡੇ ਕੋਲ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਅਸੀਂ ਉਹਨੂੰ ਕੰਟੈਕਟ ਕਰ ਸਕਦੇ ਹਾਂ, ਦੂਸਰੇ ਨੂੰ ਨਹੀਂ। ਸੋ ਐਨ IP ਐਡਰੈਸ ਆਲਵੇਜ਼ ਕੰਸਿਸਟ ਆਫ 4 ਨੰਬਰਸ ਸੈਪਰੇਟਡ ਬਾਈ ਪੀਰੀਅਡਸ with the numbers having a possible range of 0 through 255। ਕਿ ਹਰੇਕ IP ਐਡਰੈਸ ਜਿਹੜਾ ਮਤਲਬ ਉਹ 4 ਨੰਬਰਸ ਦੇ ਵਿੱਚ ਸੈਪਰੇਟ ਕੀਤਾ ਜਾਂਦਾ ਵਾ, ਕਿ ਉਹਦੇ 4 ਪਾਰਟਸ ਨੇ, ਤਾਂ ਇਹਨਾਂ ਦੀ ਜਿਹੜੀ ਪੋਸੀਬਲ ਰੇਂਜ ਆ ਜਿਹੜੇ ਡਿਜਿਟਸ ਨੇ ਮਤਲਬ ਉਹ 0 ਤੋਂ ਲੈ ਕੇ 255 ਤੱਕ। ਐਨ ਐਗਜ਼ਾਮਪਲ ਆਫ ਹਾਊ ਐਨ IP ਐਡਰੈਸ ਇਜ਼ ਅਪੀਅਰ। ਕਿ ਜਿਵੇਂ ਸਾਨੂੰ ਇੱਕ ਐਗਜ਼ਾਮਪਲ ਉਹਨੇ ਦਿੱਤੀ ਹੋਈ ਹੈ, ਜਿਵੇਂ 192.168.1.10 ਕਿ ਇਹਦੇ 4 ਪੋਰਸ਼ਨ ਬਣ ਗਏ ਅਤੇ ਹਰੇਕ ਜਿਹੜਾ ਮਤਲਬ ਪਾਰਟ ਆ ਉਹ ਕਿਹਦੇ ਨਾਲ ਸੈਪਰੇਟ ਹੋ ਰਿਹਾ, ਡੋਟ ਦੇ ਨਾਲ। So this representations of an IP address is called decimal notation and is what is generally used by a human to refer to an IP address for readability purpose। ਕਿ ਜਿਹੜੀ ਵੀ ਸਾਡੀ ਮਤਲਬ ਰਿਪਰੈਜ਼ੈਂਟੇਸ਼ਨ ਅਸੀਂ IP ਐਡਰੈਸ ਦੀ ਦੇਖ ਰਹੇ ਹਾਂ, ਦੈਟ ਇਜ਼ ਕਾਲਡ
ਡੈਸੀਮਲ ਨੋਟੇਸ਼ਨ ਕਿ ਜਿਹਨੂੰ ਮਤਲਬ ਡੈਸੀਮਲ ਦੇ ਥਰੂ ਉਹਨੂੰ ਸੈਪਰੇਟ ਕਰਦੇ ਆ ਤਾਂ ਜਿਹੜੇ ਮਤਲਬ ਜਦੋਂ ਡੈਸੀਮਲਸ ਦੇ ਨਾਲ ਸੈਪਰੇਟ ਕੀਤਾ ਜਾਂਦਾ ਤਾਂ ਹਿਊਮਨ ਬੀਇੰਗਸ ਉਹਨੂੰ ਰੀਡ ਕਰ ਸਕਦੇ ਆ। ਮਤਲਬ ਇਹਨਾਂ ਦੇ ਪਰਪਸ ਦੇ ਲਈ ਹੀ ਸਿਰਫ ਇਹਨੂੰ ਡਿਫਰੈਂਟ ਕੀਤਾ ਜਾਂਦਾ। ਸੋ ਵਿਦ ਦ ਰੇਂਜਿਸ ਫॉर ਈਚ ਨੰਬਰ ਬੀਇੰਗ 0 ਬਿਟਵੀਨ 0 and 255 ਦੇਰ ਆਰ ਆ total 4,294,967,296 ਪੋਸੀਬਲ IP ਐਡਰੈਸਿਸ ਕਿ ਜਿਹੜੇ ਟੋਟਲ IP ਐਡਰੈਸਿਸ ਆ ਉਹਨਾਂ ਦੀ ਜਿਹੜੀ ਮਤਲਬ ਟੋਟਲ ਕਾਊਂਟਿੰਗ ਆ ਉਹ ਬਿਲੀਅਨਸ ਦੇ ਵਿੱਚ ਆ ਕਿ 4 ਬਿਲੀਅਨ ਤੋਂ ਅਬਵ ਆ। So out of these addresses there are 3 special ranges that are reserved for special purpose. The first is the 0.0.0 addresses and refers to the default network, and the 255.255.255.255 addresses which is called the broadcast addresses। ਕਿ ਮਤਲਬ ਦੋ ਜਿਹੜੇ ਐਡਰੈਸ ਮੇਨ ਇਹਦੇ ਵਿੱਚ ਚੱਲ ਰਹੇ ਆ ਕਿ ਫਸਟ ਜਿਹੜਾ ਕੀ ਹੈ 0 ਹੀ ਆ ਡੋਟ ਸਿਰਫ ਜਿਹਨੂੰ ਮਤਲਬ ਡੋਟ ਦੇ ਨਾਲ ਉਹਨੇ ਸੈਪਰੇਟ ਕੀਤਾ ਪਿਆ ਵਾ ਤਾਂ ਉਹ ਡਿਫੋਲਟ ਨੈਟਵਰਕ ਦੇ ਲਈ ਆ। ਸੈਕਿੰਡ ਅਗਰ ਜਿਹੜਾ ਉਹਨੇ ਮਤਲਬ ਜਿਹੜਾ ਉਹਦਾ ਐਂਡਿੰਗ ਪਾਰਟ ਆ 255 ਮਤਲਬ ਜਿਹੜਾ ਉਹ ਐਡਰੈਸ ਆ ਉਹ ਕਾਹਦੇ ਵਾਸਤੇ ਆ ਬ੍ਰੌਡਕਾਸਟ ਐਡਰੈਸ ਲਈ। These addresses are used for routing ਮਤਲਬ ਇਹਨਾਂ ਨੂੰ ਯੂਜ਼ ਕਾਹਦੇ ਲਈ ਕੀਤਾ ਜਾਂਦਾ ਵਾ ਰਾਊਟਿੰਗ ਦੇ ਲਈ ਰੂਟ ਦੱਸਣ ਦੇ ਲਈ ਜਦੋਂ ਨੈਟਵਰਕਿੰਗ ਦੇ ਵਿੱਚ ਅਸੀਂ ਰੂਟਿੰਗ ਪੜ੍ਹਦੇ ਹਾਂ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ। ਸੋ ਦਾ ਥਰਡ ਐਡਰੈਸ ਇਜ਼ 127.0.0.1 is the loop back address and refers to our machine ਕਿ ਜਿਹੜਾ ਇਹ ਐਡਰੈਸ ਆ ਇਹਨੂੰ ਅਸੀਂ ਕੀ ਬੋਲਦੇ ਹਾਂ ਲੂਪ ਬੈਕ ਐਡਰੈਸ ਜਿਹੜਾ ਕਿਸ ਚੀਜ਼ ਨੂੰ ਰੈਫਰ ਕਰਦਾ ਸਾਡੀ ਮਸ਼ੀਨ ਨੂੰ। whenever we see 127.0.1 we are actually referring to our on machine ਕਿ ਜੇ ਮਤਲਬ ਇਹ ਜਿਹੜਾ ਲੂਪ ਬੈਕ ਐਡਰੈਸ ਆ ਮਤਲਬ ਅਗਰ ਅਸੀਂ ਇਹਨੂੰ ਦੇਖਦੇ ਹਾਂ ਵੀ ਮਤਲਬ ਇਹ ਸਾਡਾ ਕਿਹੜੀ ਮਸ਼ੀਨ ਦਾ ਐਡਰੈਸ ਹੋਏਗਾ ਜਿਹੜੀ ਸਾਡੀ ਆਪਣੀ ਖੁਦ ਦਾ ਸਿਸਟਮ ਆ ਉਸ ਚੀਜ਼ ਦਾ ਜਿਹੜਾ ਇਹ ਐਡਰੈਸ ਹੋਏਗਾ ਜੋ ਵੀ ਕੰਪਿਊਟਰ ਸਿਸਟਮ ਹੋਏਗਾ ਜਾਂ ਜੋ ਕੋਈ ਵੀ ਜਿਹੜਾ ਸਿਸਟਮ ਯੂਜ਼ ਕੀਤਾ ਜਾ ਰਿਹਾ ਵਾ। ਸੋ ਨੈਕਸਟ ਇਜ਼ ਕਲਾਊਡ ਪ੍ਰਿੰਟਿੰਗ। Cloud printing enables users to print documents and other materials on any device associated with the cloud network। ਕਿ ਕਲਾਊਡ ਪ੍ਰਿੰਟਿੰਗ ਦੇ ਵਿੱਚ ਕੀ ਆ ਕਿ ਕੋਈ ਵੀ ਜਿਹੜਾ ਅਸੀਂ ਆਪਣਾ ਡਾਕੂਮੈਂਟ ਆ ਜਾਂ ਕੋਈ ਵੀ ਮਟੀਰੀਅਲ ਆ ਉਹਨੂੰ ਪ੍ਰਿੰਟ ਕਰਨਾ ਵਾ ਤਾਂ ਜੋ ਵੀ ਡਿਵਾਈਸਿਸ ਸਾਡੀਆਂ ਨੈਟਵਰਕ 'ਤੇ ਕਨੈਕਟਡ ਆ ਮਤਲਬ ਉਹਨਾਂ 'ਚੋਂ ਕਿਸੇ ਵੀ ਡਿਵਾਈਸ ਨੂੰ ਯੂਜ਼ ਕਰਕੇ ਯੂਜ਼ਰਸ ਕ੍ਰੀਏਟ content with any software tool they want and transfer the file to a cloud printing service provider। ਕਿ ਯੂਜ਼ਰ ਜਿਹੜਾ ਵਾ ਮਤਲਬ ਉਹਨੇ ਚਾਹੇ ਮੋਬਾਈਲ 'ਤੇ ਆਪਣੇ ਜਿਹੜੇ ਕੰਟੈਂਟ ਰੈਡੀ ਕੀਤੇ ਹੋਣ ਜਾਂ ਕਿਸੇ ਵੀ ਸਿਸਟਮ ਨੂੰ ਸੋਫਟਵੇਅਰ ਨੂੰ ਯੂਜ਼ ਕਰਕੇ ਜੋ ਵੀ ਉਹਨਾਂ ਨੇ ਕੰਟੈਂਟ ਰੈਡੀ ਕੀਤੇ ਉਹਨਾਂ ਨੂੰ ਟਰਾਂਸਫਰ ਕਰਕੇ ਜਿਹੜੇ ਸਿਸਟਮ ਮਤਲਬ ਜਿਹੜਾ ਪ੍ਰਿੰਟਰ ਆ ਉਹ ਕਲਾਊਡ ਪ੍ਰਿੰਟਿੰਗ ਦੇ ਵਿੱਚ ਹੈ ਤਾਂ ਉਹਦੇ ਤੋਂ ਜਿਹੜੀ ਉਹਦੀ ਪ੍ਰਿੰਟਿੰਗ ਆ ਮਤਲਬ ਡਾਟਾ ਨੂੰ ਪ੍ਰਿੰਟ ਕੀਤਾ ਜਾ ਸਕਦਾ ਵਾ। So via whatever device they choose which then routes the file to a cloud attached printer to at a location selected by the user। ਕਿ ਜੋ ਵੀ ਜਿਹੜਾ ਪ੍ਰਿੰਟਰ ਆ ਉਹ ਕਲਾਊਡਿੰਗ ਦੇ ਵਿੱਚ ਹੈ ਜਿਹੜਾ ਉਹਦੇ ਨਾਲ ਕਨੈਕਟ ਆ ਤਾਂ ਉਹਦੇ ਤੋਂ ਜਿਹੜੀ ਮਤਲਬ ਉਹਦੀ ਪ੍ਰਿੰਟਿੰਗ ਆ ਡਾਕੂਮੈਂਟ ਦੀ ਉਹ ਲਈ ਜਾ ਸਕਦੀ ਆ।